भावें कि सुखबीर बादल ये गल कहते मतलब नज़र आते ने अपने सुभाव मुताबिक कि किसान साडा विरोध नहीं करते पे, बल्कि विरोध करने वाले कांग्रेस अते आम आदमी पार्टी के कुछ गुंडे ने 6 दिन वास्ते जिहड़ा अपना प्रोग्राम है उन्होंने रोक दिता। जिहड़ी अमलोह वाली रैली सी जिहड़ी अज होनी सी उन्होंने सुखबीर ने जिहड़ा वा 6 दिन वास्ते अगे पा दिता। कहण दा भाव कि अपनी जिहड़ी यात्रा वै वो रोक दिती कि भई असी ਜਿਹੜੇ 6 ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਵੀ ਤਿਆਰ ਹਾਂ। ਉਹ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਸਮਾਂ ਰੱਖ ਲੈਣ, ਅਸੀਂ ਆਵਾਂਗੇ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਅਜੇ ਤੱਕ ਚੋਣਾਂ ਦਾ ਐਲਾਨ ਨਹੀਂ ਹੋਇਆ ਤੇ ਤੁਸੀਂ ਜਿਹੜੀਆਂ ਸਿਆਸੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਇਹ ਕਿਤੇ ਨਾ ਕਿਤੇ ਮਤਲਬ ਜਿਹੜਾ ਚੰਗਾ ਸੰਕੇਤ ਨਹੀਂ ਹੈ ਤੇ ਕਿਸਾਨ ਜਥੇਬੰਦੀਆਂ ਦੇ ਮਤਲਬ ਦੀ ਇਹ ਗੁਜ਼ਾਰਿਸ਼ ਵੀ ਹੈ, ਤੁਹਾਨੂੰ ਇਹ ਚੇਤਾਵਨੀ ਵੀ ਹੈ ਕਿ ਤੁਸੀਂ ਇਹੋ ਜਿਹੀਆਂ ਜਿਹੜੀਆਂ ਸਿਆਸੀ ਰੈਲੀਆਂ ਨੇ, ਸਿਆਸੀ ਇਕੱਠ ਨੇ, ਉਹ ਕਰਨੇ ਬੰਦ ਕਰ ਦਿਓ, ਨਹੀਂ ਤੇ ਜਿਹੜੀ ਇਹ ਗੱਲ ਦੂਰ ਤੱਕ ਫਿਰ ਜਾਵੇਗੀ। ਪਰ ਹੁਣ ਕੇਂਦਰ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਨੂੰ ਦੂਜੀ ਵਾਰੀ ਚਿੱਠੀ ਲਿਖੀ ਹੈ, ਇਹਦੇ ਨਾਲ ਜਿਹੜੀਆਂ ਨੇ ਕੈਪਟਨ ਸਰਕਾਰ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ, ਕਿਉਂਕਿ ਕੈਪਟਨ ਸਰਕਾਰ ਪਹਿਲਾਂ ਹੀ ਆਪਣੇ ਕਾਟੋ ਕਲੇਸ਼ ਦੇ ਵਿੱਚ ਫਸੀ ਹੋਈ ਹੈ। ਜਦੋਂ ਕੇਂਦਰ ਸਰਕਾਰ ਨੇ ਹੁਣ ਚਿੱਠੀ ਲਿਖ ਦਿੱਤੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਦੋ ਰਸਤੇ ਨੇ। ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਚਿੱਠੀ ਨੂੰ ਅਣਗੌਲਿਆ ਕਰ ਦੇਵੇ, ਜਿਵੇਂ ਕਿ ਪਹਿਲੀ ਵਾਰੀ ਉਹਨਾਂ ਨੇ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਸੰਦੀਪ ਸਿੰਘ ਪ੍ਰੋਗਰਾਮ ਖਬਰ ਚਰਚਾ ਲੈ ਕੇ ਹਾਜ਼ਰ ਹਾਂ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਬਰਾਂ ਦੇ ਉੱਪਰ, ਉਹਨਾਂ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਹਾਂ ਜਿਹੜੇ ਸਮਾਜ ਨੂੰ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੇ ਹਨ। ਅਸੀਂ ਅੱਜ ਜਿਨ੍ਹਾਂ ਖਬਰਾਂ ਦੀ ਜਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਉਹਨਾਂ ਖਬਰਾਂ ਦਾ, ਉਹਨਾਂ ਮੁੱਦਿਆਂ ਦਾ ਜਿਹੜਾ ਮਤਲਬ ਸੰਬੰਧ ਹੈ ਜਿਹੜਾ ਇੱਕ ਸੂਬੇ ਦੀ ਸਿਆਸਤ ਦੇ ਨਾਲ ਹੀ ਨਹੀਂ, ਬਲਕਿ ਭਾਰਤੀ ਸੰਵਿਧਾਨ ਦੇ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਜੁੜਦਾ ਪਿਆ ਵਾ। ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਭਾਰਤ ਦੀ ਸੁਰੱਖਿਆ ਦੇ ਲਈ ਵੀ ਮਤਲਬ ਹੁਣ ਭਾਰਤ ਦੇ ਨੇਤਾਵਾਂ ਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਪੈ ਸਕਦੀ ਹੈ, ਕਿਉਂਕਿ ਜੋ ਮਤਲਬ ਵਿਸ਼ਵ ਪੱਧਰ ਦੇ ਉੱਪਰ ਵਰਤਾਰਾ ਚੱਲਦਾ ਪਿਆ, ਖਾਸ ਕਰਕੇ ਜਦੋਂ ਅਸੀਂ ਅਫਗਾਨਿਸਤਾਨ ਦੇ ਪੱਖ ਤੋਂ ਦੇਖਦੇ ਹਾਂ ਤਾਂ ਭਾਰਤ ਨੂੰ ਜਿਹੜਾ ਵੈ ਕੁਝ ਮਤਲਬ ਜਿਹੜੇ ਆ ਆਪਣੇ ਵਧੀਆ ਜਿਹੜੇ ਇੰਤਜ਼ਾਮ ਕਰਨੇ ਪੈਣਗੇ, ਕੁਝ ਪੁਖਤਾ ਇੰਤਜ਼ਾਮ ਕਰਨੇ ਪੈਣਗੇ। ਤਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਮੁੱਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਸ਼ਹੀਦਾਂ ਦੇ ਬਾਰੇ ਵੀ ਗੱਲ ਕਰਦੇ ਹਾਂ। ਤਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਕਿਸਾਨੀ ਅੰਦੋਲਨ ਤੋਂ। ਕਿਸਾਨੀ ਅੰਦੋਲਨ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ ਆਪਾਂ ਗੱਲ ਕਰੀਏ 1 ਸਾਲ ਦਾ ਕਰੀਬ ਸਮਾਂ ਹੋ ਚੱਲਿਆ ਵੈ ਜਿਹਦੇ ਤੋਂ ਚੱਲਦਾ ਪਿਆ ਵੈ, ਤੇ ਦਿਨ ਬ ਦਿਨ ਜਿਹੜਾ ਇਸ ਅੰਦੋਲਨ ਦਾ ਜਿਹੜਾ ਖੇਤਰ ਹੈ ਉਹ ਵਿਸ਼ਾਲ ਹੁੰਦਾ ਜਾ ਰਿਹਾ ਵੈ। ਇਹਨਾਂ ਅਸੀਂ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਦੇਖਦੇ ਪਏ ਹਾਂ ਤਾਂ ਬਹੁਤ ਸਾਰੀਆਂ ਮਤਲਬ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਹਨ। ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਹੈ, ਚਾਹੇ ਪ੍ਰਸ਼ਾਸਨ ਹਰਿਆਣੇ ਦਾ ਹੋਵੇ, ਚਾਹੇ ਪ੍ਰਸ਼ਾਸਨ ਪੰਜਾਬ ਦਾ ਹੋਵੇ, ਉਹ ਆਪਣਾ ਜਿਹੜਾ ਦੋਹਰਾ ਕਿਰਦਾਰ ਹੈ, ਦੋਹਰੇ ਮਾਪਦੰਡ ਹੈ ਜਿਹੜਾ ਉਹਨੂੰ ਅਪਣਾਉਣ ਤੋਂ ਅਜੇ ਤੱਕ ਵੀ ਬਾਜ਼ ਨਹੀਂ ਆ ਰਿਹਾ। ਪਿਛਲੇ ਦਿਨੀ ਆਪਾਂ ਦੇਖਦੇ ਹਾਂ ਕਿ ਕਰਨਾਲ ਦੇ ਵਿੱਚ ਜੋ ਪ੍ਰਸ਼ਾਸਨ ਨੇ ਕੀਤਾ ਜਾਂ ਪ੍ਰਸ਼ਾਸਨ ਦੇ ਕਹਿਣ ਦੇ ਉੱਪਰ ਪੁਲਿਸ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਜਿਹੜੀ ਅੰਨਾ ਤਸ਼ੱਦਦ ਕੀਤਾ, ਮਤਲਬ ਬਹੁਤ ਜ਼ਾਲਮਾਨਾ ਤਰੀਕੇ ਦੇ ਨਾਲ ਜਿਹੜਾ ਲਾਠੀ ਚਾਰਜ ਕੀਤਾ, ਉਹਦੀ ਜਿਹੜੀ ਇੱਕ ਆਪਾਂ ਨੂੰ ਫਿਰ ਉਦਾਹਰਨ ਦੇਖਣ ਨੂੰ ਮਿਲੀ ਪੰਜਾਬ ਦੇ ਵਿੱਚ, ਮੋਗਾ ਦੇ ਵਿੱਚ। ਪੰਜਾਬ ਦੇ ਮੋਗਾ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ 100 ਦਿਨ ਦੀ ਯਾਤਰਾ ਦੇ ਨਿਕਲੇ ਹੋਏ ਹਨ। ਉਸ ਯਾਤਰਾ ਦੇ ਦੌਰਾਨ ਜਦੋਂ ਉਹਨਾਂ ਨੇ ਮੋਗੇ ਦੇ ਵਿੱਚ ਰੈਲੀ ਕਰਨੀ ਸੀ ਤਾਂ ਕਿਸਾਨਾਂ ਨੇ ਇਹਦਾ ਜਿਹੜਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਉੱਥੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਪੁਲਿਸ ਨੇ ਅੰਨਾ ਤਸ਼ੱਦਦ ਕੀਤਾ, ਉਹ ਕਿਤੇ ਨਾ ਕਿਤੇ ਹਰਿਆਣੇ ਨੂੰ ਵੀ ਮਾਤ ਪਾ ਗਿਆ, ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਮਤਲਬ ਵਿਹਾਰ ਕਰਦੀ ਪਈ ਸੀ। ਇੱਕ ਆਪਣੇ ਕੋਲ ਜਿਵੇਂ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਜਿਹੜਾ ਨੌਜਵਾਨ ਹੈ ਉਹ ਕਾਰ ਦੇ ਕੋਲ ਮਤਲਬ ਡਿੱਗਾ ਪਿਆ ਵੈ ਤੇ ਪੁਲਿਸ ਅਧਿਕਾਰੀ ਹੈ ਜਿਹੜੇ ਉਹਨੂੰ ਵੀ ਜਿਹੜਾ ਲਾਠੀਆਂ ਮਾਰਦੇ ਪਏ ਨੇ, ਉਹਨੂੰ ਵੀ ਡਾਂਗਾ ਮਾਰਦੇ ਪਏ ਨੇ। ਹੋਰ ਵੀ ਅਸੀਂ ਦੇਖਦੇ ਪਏ ਹਾਂ ਕਿ ਜਿਹੜੇ ਬਜ਼ੁਰਗ ਬੰਦੇ ਨੇ ਉਹਨਾਂ ਦੀਆਂ ਕਿਵੇਂ ਪੱਗਾਂ ਉਤਾਰੀਆਂ ਨੇ ਇਹਨਾਂ ਪੁਲਿਸ ਵਾਲਿਆਂ ਨੇ ਪ੍ਰਸ਼ਾਸਨ ਦੀ ਸ਼ਹਿ ਦੇ ਉੱਪਰ। ਤਾਂ ਭਾਵੇਂ ਕਿ ਸੁਖਬੀਰ ਬਾਦਲ ਇਹ ਗੱਲ ਕਹਿੰਦੇ
मतलब नज़र आते ने अपने सुभाव मुताबिक कि किसान साडा विरोध नहीं करते पे, बल्कि विरोध करने वाले कांग्रेस अते आम आदमी पार्टी के कुछ गुंडे ने। ਤਾਂ मतलब कुल मिला के पर जो भी हो रहा वै ये ठीक नहीं हो रहा। सुखबीर बादल ਦੇ ਕਹਿਣ ਦੇ ਨਾਲ ਉਹ ਜਿਹੜੇ ਕਿਸਾਨ ਨੇ ਉਹ ਕਿਸੇ ਪਾਰਟੀ ਦੇ ਨੁਮਾਇੰਦੇ ਨਹੀਂ ਬਣ ਸਕਦੇ। ਇਸ ਤੋਂ ਬਾਅਦ ਅਸੀਂ ਦੇਖਦੇ ਪਏ ਕਿ ਜਦੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ, ਤਾਂ ਕਿਸਾਨਾਂ ਨੇ ਅਗਲੇ ਦਿਨ ਜਦੋਂ ਮੋਗੇ ਦੇ ਵਿੱਚ ਇੱਕ ਘਿਰਾਓ ਕਰਨਾ ਸੀ ਡੀਸੀ ਦਫ਼ਤਰ ਵਗੈਰਾ ਦਾ, ਤੇ ਹੋਰ ਆਪਣਾ ਰੋਸ ਮੁਜ਼ਾਹਰਾ ਕਰਨਾ ਸੀ, ਤਾਂ ਉੱਥੇ ਐਸਡੀਐਮ ਜਿਹੜੇ ਸੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਮੌਕਾ ਸਾਂਭ ਲਿਆ ਤੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਨੂੰ ਜਿਹੜਾ ਵਾ ਇਨਸਾਫ ਦਿਵਾਵਾਂਗੇ, ਪਰ ਸਾਨੂੰ ਇਸ ਵਾਸਤੇ ਥੋੜਾ ਜਿਹਾ ਸਮਾਂ ਚਾਹੀਦਾ ਵੈ। ਤੇ ਉਹਨਾਂ ਦੇ ਵਿਸ਼ਵਾਸ ਦੇ ਉੱਪਰ, ਉਹਨਾਂ ਦੇ ਭਰੋਸੇ ਦੇ ਉੱਪਰ ਜਿਹੜੇ ਕਿਸਾਨ ਸੀ ਉਹ मतलब ਥੋੜੇ ਜਿਹੇ ਸ਼ਾਂਤ ਹੋ ਗਏ, ਕਿਉਂਕਿ ਚਲੋ ਜਿਹੜਾ ਐਸਡੀਐਮ ਦਾ ਰਵੱਈਆ ਸੀ ਉਹ मतलब ਐਵੇਂ ਦਾ ਸੀ ਕਿ ਜਿਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਵਿਸ਼ਵਾਸ ਕਰ ਸਕਦੇ ਹਾਂ। ਅੱਗੇ ਦੇਖੋ ਐਸਡੀਐਮ ਦੇ ਹੱਥ ਦੇ ਵਿੱਚ ਵੀ ਕੱਖ ਨਹੀਂ ਹੈ, ਜੋ ਵੀ ਕਰਨਾ ਵਾ ਉੱਪਰ ਜਿਹੜੇ ਬੈਠੇ ਆਕਾ ਨੇ ਉਹਨਾਂ ਨੇ ਕਰਨਾ ਵਾ। ਤਾਂ ਪਰ ਜਿਹੜੀ ਆਪਾਂ ਗੱਲ ਕਰਦੇ ਪਏ ਕਿ ਜੋ ਲਾਠੀ ਚਾਰਜ ਹੋਇਆ ਉਸ ਦੇ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕਰਨ ਦੇ ਵਾਸਤੇ ਵੀ ਜਿਹੜਾ ਮੈਮੋਰੈਂਡਮ ਕੱਲ੍ਹ ਦਿੱਤਾ ਗਿਆ ਸੀ, ਤੇ ਐਸਡੀਐਮ ਨੇ ਇਸ ਗੱਲ ਦਾ ਵੀ ਵਿਸ਼ਵਾਸ ਦਿਵਾਇਆ ਕਿ ਜਿਹੜਾ ਵੈ ਅਸੀਂ ਪੂਰਾ ਤੁਹਾਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਸ ਖਬਰ ਤੋਂ ਬਾਅਦ ਜਦੋਂ ਅਸੀਂ ਇਸ ਖਬਰ ਦਾ ਨਾਲ ਜੁੜਿਆ ਜਿਹੜਾ ਦੂਸਰਾ ਪੱਖ ਦੇਖਦੇ ਹਾਂ ਤਾਂ ਉਹ ਬਹੁਤ ਹੈਰਾਨੀਜਨਕ ਹੈ। ਸੁਖਬੀਰ ਬਾਦਲ ਦੇ ਅਸੀਂ ਪੱਖ ਤੋਂ ਲੈ ਲਈਏ, ਸੁਖਬੀਰ ਬਾਦਲ ਪਹਿਲਾਂ ਜਦੋਂ ਵੀ ਹਰ ਰੈਲੀ ਦੇ ਵਿੱਚ ਉਹਨਾਂ ਦਾ ਜਦੋਂ ਵਿਰੋਧ ਹੁੰਦਾ ਪਿਆ ਹੈ ਤਾਂ ਉਹ ਹਰ ਵਾਰੀ ਇਹ ਗੱਲ ਕਹਿ ਕੇ ਪਲੜਾ ਝਾੜਦੇ ਨਜ਼ਰ ਆਉਂਦੇ ਨੇ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰਦੇ ਪਏ, ਬਲਕਿ ਜਿਹੜਾ ਸਾਡਾ ਵਿਰੋਧ ਕਰਨ ਵਾਲੇ ਦੂਜੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਬੰਦੇ ਨੇ। ਤਾਂ ਹੁਣ ਇੱਥੇ ਸੁਖਬੀਰ ਬਾਦਲ ਨੂੰ ਫਿਰ ਅਜਿਹਾ ਕੀ ਹੋ ਗਿਆ ਕਿ ਸੁਖਬੀਰ ਬਾਦਲ ਨੇ ਜਿਹੜਾ ਵੈ 6 ਦਿਨ ਵਾਸਤੇ ਜਿਹੜਾ ਆਪਣਾ ਪ੍ਰੋਗਰਾਮ ਹੈ ਉਹਨੂੰ ਰੋਕ ਦਿੱਤਾ। ਜਿਹੜੀ ਅਮਲੋਹ ਵਾਲੀ ਰੈਲੀ ਸੀ ਜਿਹੜੀ ਅੱਜ ਹੋਣੀ ਸੀ ਉਹਨੂੰ ਸੁਖਬੀਰ ਨੇ ਜਿਹੜਾ ਵਾ 6 ਦਿਨ ਵਾਸਤੇ ਅੱਗੇ ਪਾ ਦਿੱਤਾ। ਕਹਿਣ ਦਾ ਭਾਵ ਕਿ ਆਪਣੀ ਜਿਹੜੀ ਯਾਤਰਾ ਵੈ ਉਹ ਰੋਕ ਦਿੱਤੀ। ਹੁਣ ਇੱਥੇ ਸੁਖਬੀਰ ਸਿੰਘ ਦੇ ਜਿਹੜੀ ਇਹ ਯਾਤਰਾ ਰੋਕਣੀ ਹੈ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਜੋ ਪਿਛਲੀਆਂ ਰੈਲੀਆਂ ਦੇ ਵਿੱਚ ਗੱਲਾਂ ਕਰਦਾ ਪਿਆ ਸੀ ਕਿ ਵੀ ਇਹ ਕਿਸਾਨ ਨਹੀਂ ਹੈਗੇ, ਉਹ ਸਾਰੀ ਦੀ ਸਾਰੀ ਗੱਲ ਝੂਠੀ ਸੀ। ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਹੁਣ ਇਹ ਵੀ ਗੱਲ ਕਹਿ ਦਿੱਤੀ ਕਿ ਭਈ ਅਸੀਂ ਜਿਹੜੇ 6 ਦਿਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਵੀ ਤਿਆਰ ਹਾਂ, ਉਹ ਜਿੱਥੇ ਮਰਜ਼ੀ ਜਿਹੜਾ ਮਰਜ਼ੀ ਸਮਾਂ ਰੱਖ ਲੈਣ ਅਸੀਂ ਆਵਾਂਗੇ। ਭਾਵੇਂ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਇਹ ਬਿਆਨ ਹੈ ਉਸ ਧਮਕੀ ਦੇ ਵਿੱਚੋਂ ਨਿਕਲਿਆ ਵਾ, ਜਦੋਂ ਉਹਨੇ ਕਿਹਾ मतलब ਕਿਸਾਨ ਸੰਯੁਕਤ ਮੋਰਚੇ ਨੂੰ ਜਾਂ ਕਿਸਾਨਾਂ ਦੇ ਨਾਂ ਤੇ ਕਿਤੇ ਉਹਨਾਂ ਨੇ ਜਿਹੜਾ ਧਮਕੀ ਭਰੀ ਜਿਹੜੀ ਸ਼ਬਦਾਵਲੀ ਵਰਤੀ ਸੀ, ਜਿਹਦੇ ਜਵਾਬ ਦੇ ਵਿੱਚ ਮੁੜ ਕੇ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਕਿ ਜੇ ਅਸੀਂ ਸੰਯੁਕਤ ਮੋਰਚੇ ਨੇ ਇੱਕ ਕਾਲ ਦੇ ਦਿੱਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਭਾਜਪਾ ਵਾਂਗੂ ਕਿਤੇ ਨਾ ਕਿਤੇ ਖੜਾ ਹੋਣਾ ਮੁਸ਼ਕਲ ਹੋ ਜਾਵੇਗਾ। ਸੁਖਬੀਰ ਸਿੰਘ ਬਾਦਲ ਹੈ ਜਿਹੜੇ ਉਹ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਨੇ ਕਿ ਅੱਜ ਭਾਜਪਾ ਦਾ ਕੀ ਹਸ਼ਰ ਹੋ ਰਿਹਾ ਵੈ। ਭਾਵੇਂ ਕਿ ਹਸ਼ਰ ਉਹਨਾਂ ਦੀ ਪਾਰਟੀ ਦਾ ਵੀ ਕੋਈ ਬਹੁਤਾ ਚੰਗਾ ਨਹੀਂ ਹੋ ਰਿਹਾ, ਪਰ ਭਾਜਪਾ ਦੇ ਮੁਕਾਬਲੇ ਅਜੇ ਵੀ 100 ਗੁਣਾ ਚੰਗੀ ਹੈ ਅਕਾਲੀ ਦਲ ਦੀ ਜਿਹੜੀ ਆਪਾਂ ਸਥਿਤੀ ਦੀ ਗੱਲ ਕਰੀਏ। ਤਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਆਪਣੀ ਯਾਤਰਾ ਵੈ ਉਹ ਰੋਕ ਕੇ ਇਹ ਗੱਲ ਕਰ ਦਿੱਤੀ ਕਿ ਅਸੀਂ ਕਿਸਾਨਾਂ ਦੇ ਨਾਲ ਜਿਹੜੀਆਂ ਗੱਲ ਕਰਨ ਨੂੰ ਤਿਆਰ ਹਾਂ। ਤਾਂ ਇਹਦੇ ਨਾਲ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੂੰ ਹੁਣ ਅੱਗੋਂ ਇਹ ਕਹਿਣ ਦਾ ਮੌਕਾ ਉਹਨਾਂ ਨੇ ਆਪਣਾ ਖਤਮ ਕਰ ਲਿੱਤਾ ਵੈ, ਜਿਹੜਾ ਕਿ ਉਹ ਕਹਿੰਦੇ ਸੀ ਕਿ ਹਰ ਵਾਰੀ ਕਿ ਇਹ ਜਿਹੜੇ ਕਿਸਾਨ ਨਹੀਂ ਇਹ ਦੂਸਰੇ ਨੇ। ਤਾਂ ਹੁਣ ਇੱਥੇ ਇੱਕ ਜਿਹੜਾ ਸਵਾਲ ਹੋਰ ਵੀ ਪੈਦਾ ਹੁੰਦਾ ਵੈ ਕਿ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਨੇਤਾ ਨੇ ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗ ਕਰਦੇ ਨੇ ਜਾਂ ਕਿਸਾਨਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਨੇ, ਕੀ ਉਹ ਕਿਸਾਨਾਂ ਨੂੰ मतलब ਸੰਤੁਸ਼ਟ ਕਰ ਪਾਉਣਗੇ? ਕਿ ਜਿਹੜਾ ਵੈ ਇਹ 6 ਦਿਨ ਦੀ ਯਾਤਰਾ ਜਿਹੜੀ ਰੋਕੀ ਹੈ ਉਸ ਤੋਂ ਬਾਅਦ ਸੁਖਬੀਰ ਬਾਦਲ ਦੀਆਂ ਜਿਹੜੀਆਂ ਨੇ ਯਾਤਰਾਵਾਂ ਨੇ ਉਹ ਪੂਰੀ ਤਰ੍ਹਾਂ ਚੱਲ ਸਕਣਗੀਆਂ? ਕਿਉਂਕਿ ਜਦੋਂ ਆਪਾਂ ਕਿਸਾਨ ਜਥੇਬੰਦੀਆਂ ਦਾ ਫੈਸਲਾ ਦੇਖੀਏ ਤਾਂ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ, ਇੱਕ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਨਹੀਂ ਕੀਤੀ ਬਲਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਤੁਸੀਂ ਜਿੰਨਾ ਚਿਰ ਚੋਣ ਕਮਿਸ਼ਨ ਹੈ ਜਿਹੜਾ ਚੋਣਾਂ ਦਾ ਐਲਾਨ ਨਹੀਂ ਕਰਦਾ, ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਕਰਦਾ, ਤੁਸੀਂ ਛੋਟੀਆਂ ਮੋਟੀਆਂ ਮੀਟਿੰਗਾਂ ਕਰ ਲਵੋ।
ਤੁਸੀਂ ਜਿਹੜੇ ਆ ਨੁੱਕੜ ਮੀਟਿੰਗਾਂ ਕਰ ਲਵੋ, ਪਰ ਤੁਸੀਂ ਇੰਨੇ ਵੱਡੇ ਪੱਧਰ ਦੇ ਉੱਪਰ ਰੈਲੀਆਂ ਨਾ ਕਰੋ। ਇਹਦੇ ਨਾਲ ਜਿਹੜਾ ਸਾਡਾ ਅੰਦੋਲਨ ਹੈ ਉਹਨੂੰ ਕਿਤੇ ਨਾ ਕਿਤੇ ਢਾਹ ਲੱਗਣ ਦੇ ਜਿਹੜੇ ਆ ਚਾਂਸਿਸ ਬਣ ਜਾਂਦੇ ਨੇ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਬਹੁ ਗਿਣਤੀ ਹੈ ਉਹ ਸਿਆਸੀ ਪਾਰਟੀਆਂ ਦੇ ਨਾਲ ਵੀ ਜੁੜੀ ਹੋਈ ਹੈ। ਤੇ ਜਦੋਂ ਇਹੋ ਜਿਹੇ ਜਿਹੜੇ ਸਿਆਸੀ ਦਲ ਨੇ ਇਹੋ ਜਿਹੀਆਂ ਮੀਟਿੰਗਾਂ ਰੱਖ ਲੈਂਦੇ ਨੇ, ਰੈਲੀਆਂ ਰੱਖ ਲੈਂਦੇ ਨੇ, ਤਾਂ ਉਹਦਾ ਅਸਰ ਹੈ ਜਿਹੜਾ ਕਿਤੇ ਨਾ ਕਿਤੇ ਸੰਘਰਸ਼ ਦੇ ਉੱਪਰ ਪੈਂਦਾ ਵਾ। ਕਿਸਾਨ ਜਥੇਬੰਦੀਆਂ ਨੇ ਸੁਖਬੀਰ ਬਾਦਲ ਨੂੰ ਮਤਲਬ ਜਿਹੜਾ ਵਾ ਕੜੇ ਸ਼ਬਦਾਂ ਦੇ ਵਿੱਚ ਇਹ ਗੱਲ ਕੀਤੀ, ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕੀਤੀ ਕਿ ਤੁਸੀਂ ਜਿਹੜਾ ਮਤਲਬ ਹਰ ਗੱਲ ਦੇ ਉੱਪਰ ਇਲਜ਼ਾਮਬਾਜ਼ੀ ਕਰਦੇ ਪਏ ਹੋ ਸਾਡੇ ਉੱਪਰ, ਇਹ ਤੋਂ ਥੋੜ੍ਹਾ ਜਿਹਾ ਬਾਜ਼ ਆ ਜਾਓ, ਨਹੀਂ ਤਾਂ ਫਿਰ ਜੇ ਅਸੀਂ ਕਾਲ ਕਰ ਦਿੱਤੀ ਤਾਂ ਫਿਰ ਤੁਹਾਨੂੰ ਇੱਥੇ ਖਲੋਣਾ ਔਖਾ ਹੋ ਜਾਵੇਗਾ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਅਜੇ ਤੱਕ ਚੋਣਾਂ ਦਾ ਐਲਾਨ ਨਹੀਂ ਹੋਇਆ ਤੇ ਤੁਸੀਂ ਜਿਹੜੀਆਂ ਸਿਆਸੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਇਹ ਕਿਤੇ ਨਾ ਕਿਤੇ ਮਤਲਬ ਜਿਹੜਾ ਚੰਗਾ ਸੰਕੇਤ ਨਹੀਂ ਹੈ। ਤੇ ਕਿਸਾਨ ਜਥੇਬੰਦੀਆਂ ਦੇ ਮਤਲਬ ਦੀ ਇਹ ਗੁਜ਼ਾਰਿਸ਼ ਵੀ ਹੈ, ਤੁਹਾਨੂੰ ਇਹ ਚੇਤਾਵਨੀ ਵੀ ਹੈ ਕਿ ਤੁਸੀਂ ਇਹੋ ਜਿਹੀਆਂ ਜਿਹੜੀਆਂ ਸਿਆਸੀ ਰੈਲੀਆਂ ਨੇ, ਸਿਆਸੀ ਇਕੱਠ ਨੇ, ਉਹ ਕਰਨੇ ਬੰਦ ਕਰ ਦਿਓ, ਨਹੀਂ ਤੇ ਜਿਹੜੀ ਹੈ ਗੱਲ ਦੂਰ ਤੱਕ ਫਿਰ ਜਾਵੇਗੀ। ਤਾਂ ਕੁੱਲ ਮਿਲਾ ਕੇ ਆਪਾਂ ਦੇਖਦੇ ਪਏ ਹਾਂ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਫੈਸਲਾ ਵਾ ਯਾਤਰਾ ਨੂੰ ਰੋਕਣ ਵਾਲਾ, ਉਹ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਨਹੀਂ ਲਿਆ ਜਾਂ ਆਪਣੇ ਦਿਲੋਂ ਨਹੀਂ ਲਿਆ, ਕਿਉਂਕਿ ਉਹਨਾਂ ਦੇ ਉੱਪਰ ਪ੍ਰੈਸ਼ਰ ਇੰਨਾ ਕੁ ਬਣ ਚੁੱਕਾ ਵਾ ਹੁਣ ਕਿ ਉਹਨਾਂ ਦੇ ਕੋਲ ਕੋਈ ਹੋਰ ਰਸਤਾ ਰਹਿ ਨਹੀਂ ਸੀ ਗਿਆ। ਕਿਉਂਕਿ ਜੇ ਉਹ ਦੁਬਾਰਾ ਰੈਲੀਆਂ ਕਰਦੇ ਤਾਂ ਜਿਹੜਾ ਵਿਰੋਧ ਸੀ ਇਸ ਤੋਂ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਹੋਣਾ ਜਿਹੜਾ ਸੀ ਲਗਭਗ ਤੈਅ ਸੀ। ਤੇ ਅਜਿਹੇ ਜਿਹੜਾ ਵਿਰੋਧ ਹੈ ਉਹਦੇ ਵਿੱਚ ਜਿਹੜਾ ਵੈ ਮਤਲਬ ਸੁਖਬੀਰ ਬਾਦਲ ਜਾਂ ਅਕਾਲੀ ਦਲ ਦੀ ਜਿਹੜੀ ਸ਼ਾਖ ਹੈ ਉਹਨੂੰ ਹੋਰ ਢਾਹ ਹੀ ਲੱਗਣੀ ਸੀ। ਇਹਨਾਂ ਰੈਲੀਆਂ ਦੇ ਵਿੱਚ ਇੱਕ ਗੱਲ ਜਿਹੜੀ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ, ਜਿਵੇਂ ਕਿ ਅਸੀਂ ਦੇਖਿਆ ਕਿ ਜਦੋਂ ਕਰਨਾਲ ਦੇ ਵਿੱਚ ਪੁਲਿਸ ਨੇ ਮਤਲਬ ਕਤਲੇਆਮ ਕੀਤਾ, ਕਿਉਂਕਿ ਉਹਦੇ ਵਿੱਚ ਇੱਕ ਜਿਹੜਾ ਕਿਸਾਨ ਸੀ ਉਹਦੀ ਜਿਹੜੀ ਹੈ ਮੌਤ ਵੀ ਹੋਈ ਹੈ, ਇਸ ਕਰਕੇ ਅਸੀਂ ਕਤਲੇਆਮ ਕਹਿੰਦੇ ਹਾਂ ਕਿ ਕਤਲੇਆਮ ਕੀਤਾ। ਤਾਂ ਜਿਹੜੇ SHO ਦਾ ਨਾਮ ਆ ਰਿਹਾ ਵੈ ਖੈਰਾ ਦਾ, ਤਾਂ ਉਹਨਾਂ ਦਾ ਜਿਵੇਂ ਸਮਾਜਿਕ ਬਾਈਕਾਟ ਕਰ ਦਿੱਤਾ। ਇੱਕ ਨਵੀਂ ਗੱਲ ਇਹਦੇ ਵਿੱਚੋਂ ਨਿਕਲੀ, ਇਹ ਗੱਲ ਮਤਲਬ ਦੂਸਰੇ ਜਿਹੜੇ ਸੂਬੇ ਦੇ ਜਾਂ ਦੂਸਰੇ ਜ਼ਿਲ੍ਹਿਆਂ ਦੇ ਜਾਂ ਪੁਲਿਸ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੋ ਕੱਲ ਹਰਿਆਣੇ ਦੇ ਵਿੱਚ ਸਮਾਜਿਕ ਬਾਈਕਾਟ ਹੋਇਆ, ਉਹ ਕੱਲ ਨੂੰ ਇੱਥੋਂ ਦੀ ਜਿਹੜੀ ਆ ਪੁਲਿਸ ਹੈ ਉਹਦੇ ਨਾਲ ਵੀ ਹੋ ਸਕਦਾ ਹੈ, ਕਿਉਂਕਿ ਇੱਥੋਂ ਦੀ ਪੁਲਿਸ ਤੇ ਉੱਥੋਂ ਦੀ ਪੁਲਿਸ ਦੇ ਵਿੱਚ ਕੋਈ ਬਹੁਤਾ ਫਰਕ ਹੈਗਾ ਨਹੀਂ ਹੈ। ਜਿਹੜੇ ਪੂਰਨਿਆਂ ਦੇ ਉੱਪਰ ਉਹਨਾਂ ਨੇ ਚੱਲ ਕੇ ਪੂਰਨੇ ਪਾਏ ਨੇ, ਉਸੇ ਉੱਪਰ ਹੀ ਜਿਹੜੀ ਹੈ ਇੱਥੋਂ ਦੀ ਜਿਹੜੀ ਹੈ ਪੰਜਾਬ ਪੁਲਿਸ ਵੀ ਚੱਲਦੀ ਪਈ ਹੈ। ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਲੋਕਾਂ ਦਾ ਸਬਰ ਦਾ ਜਿਹੜਾ ਬੰਨ ਹੈ ਹੁਣ ਟੁੱਟਦਾ ਜਾ ਰਿਹਾ ਵੈ। ਕੱਲ ਨੂੰ ਬਾਈਕਾਟ ਤੁਹਾਡਾ ਵੀ ਹੋ ਸਕਦਾ ਵਾ ਜੇ ਕਿਸਾਨ ਜਥੇਬੰਦੀਆਂ ਆਪਣੇ ਰੋਹ ਦੇ ਵਿੱਚ ਆ ਗਈਆਂ। ਤੇ ਇਸ ਤੋਂ ਇਲਾਵਾ ਜਿਹੜੇ ਲੋਕੀ ਸੀ ਜਿਹੜੇ ਰੈਲੀਆਂ ਦੇ ਵਿੱਚ ਪਕੌੜੇ ਖਾਣ ਜਾਂਦੇ ਸੀ, ਜਿਨ੍ਹਾਂ ਦੇ ਬਾਰੇ ਵੀ ਉਹਨਾਂ ਨੇ ਕਾਫੀ ਖੁੱਲ੍ਹ ਕੇ ਗੱਲਾਂ ਕੀਤੀਆਂ ਜਾਂ ਉਹਨਾਂ ਦਾ ਵਿਰੋਧ ਵੀ ਕੀਤਾ, ਸਿਆਸੀ ਨੇਤਾਵਾਂ ਦੇ ਵਿਰੋਧ ਦੇ ਨਾਲ ਨਾਲ ਉਹਨਾਂ ਲੋਕਾਂ ਦਾ ਵੀ ਵਿਰੋਧ ਹੋ ਰਿਹਾ ਵੈ ਜਿਹੜੇ ਰੈਲੀਆਂ ਦੇ ਵਿੱਚ ਜਿਹੜੀਆਂ ਨੇ ਪਕੌੜੇ ਤੇ ਜਲੇਬੀਆਂ ਖਾਣ ਜਾਂਦੇ ਸੀ। ਤਾਂ ਵਿਰੋਧ ਦੇ ਵਿੱਚ ਉਹਨਾਂ ਨੂੰ ਜਿਹੜਾ ਮੁਰਦਾਬਾਦ ਜਾਂ ਮਰੀ ਜ਼ਮੀਰ ਵਾਲੇ ਜਾਂ ਹੋਰ ਜਿਹੜੇ ਇਹੋ ਜਿਹੀ ਜਿਹੜੀ ਸ਼ਬਦਾਵਲੀ ਵੀ ਵਰਤੀ ਗਈ, ਤਾਂ ਜੋ ਕਿਤੇ ਉਹਨਾਂ ਲੋਕਾਂ ਦਾ ਜ਼ਮੀਰ ਜਾਗ ਜਾਵੇ ਤੇ ਜਿਹੜੇ ਆ ਇਹਨਾਂ ਸਿਆਸੀ ਪਾਰਟੀਆਂ ਦੇ ਉਹ ਜਿਹੜੇ ਆ ਮਤਲਬ ਝਾਂਸੇ ਦੇ ਵਿੱਚ ਨਾ ਆਉਣ। ਪਰ ਹੁਣ ਜਿਹੜੀਆਂ ਜਥੇਬੰਦੀਆਂ ਦੀ ਅਸੀਂ ਗੱਲ ਕਰ ਲਈਏ, ਉਹ ਲੋਕਾਂ ਨੂੰ ਅਵੇਅਰ ਕਰ ਸਕਦੀਆਂ ਨੇ, ਲੋਕਾਂ ਨੂੰ ਹੱਥ ਤੋਂ ਫੜ ਕੇ ਬਾਂਹ ਤੋਂ ਫੜ ਕੇ ਆਪਣੇ ਨਾਲ ਜ਼ਬਰਦਸਤੀ ਜਾਂ ਜਿਹੜੇ ਆ ਇਹਨਾਂ ਨੇਤਾਵਾਂ ਦੇ ਖਿਲਾਫ ਨਹੀਂ ਤੋਰ ਸਕਦੀਆਂ। ਤਾਂ ਕੁੱਲ ਮਿਲਾ ਕੇ ਹੁਣ ਇਹ ਜ਼ਿੰਮੇਵਾਰੀ ਉਹਨਾਂ ਸਾਰੇ ਲੋਕਾਂ ਦੀ ਬਣਦੀ ਹੈ ਜਿਹੜੇ ਅਜੇ ਤੱਕ ਇਹਨਾਂ ਸਿਆਸੀ ਪਾਰਟੀਆਂ ਦੇ ਮਗਰ ਲੱਗ ਕੇ ਕਿਸਾਨੀ ਅੰਦੋਲਨ ਦੇ ਖਿਲਾਫ ਆਪਣੀਆਂ ਜਿਹੜੀਆਂ ਨੇ ਗਤੀਵਿਧੀਆਂ ਕਰਦੇ ਪਏ ਨੇ, ਚਾਹੇ ਉਹ ਰੈਲੀਆਂ ਦੇ ਰੂਪ ਦੇ ਵਿੱਚ ਹੋਣ, ਰੈਲੀਆਂ ਆਰਗੇਨਾਈਜ਼ ਕਰਨ ਦੇ ਰੂਪ ਦੇ ਵਿੱਚ ਹੋਣ, ਜਾਂ ਰੈਲੀਆਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਪੱਖ ਦੇ ਨਾਲ ਹੋਣ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਇਹਨਾਂ ਦੇ ਉੱਪਰ ਕੀ ਹੋਰ ਪ੍ਰਭਾਵ ਪੈਂਦਾ ਹੈ, ਕਿਉਂਕਿ ਜਿਹੜੀ ਹੈ ਐਤਵਾਰ ਨੂੰ ਮੁਜ਼ੱਫਰਨਗਰ ਦੇ ਵਿੱਚ ਇੱਕ ਕਿਸਾਨ ਰੈਲੀ ਜਿਹੜੀ ਬਹੁਤ ਵੱਡੇ ਪੱਧਰ ਤੇ ਹੋਣ ਜਾ ਰਹੀ ਹੈ, ਤਾਂ ਉਹਦਾ ਵੀ ਪ੍ਰਭਾਵ ਹੈ ਜਿਹੜਾ ਅੰਦੋਲਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਵੇਗਾ। ਤਾਂ ਦੋਸਤੋ ਦੂਸਰੀ ਖਬਰ ਅਸੀਂ ਲੈ ਲੈਂਦੇ ਹਾਂ, ਗੱਲ ਕਰਦੇ ਹਾਂ ਚੋਣ ਕਮਿਸ਼ਨ ਦੀ। ਚੋਣ ਕਮਿਸ਼ਨ ਨੇ ਮਤਲਬ ਜਿਹੜੀ ਆਪਣੀ ਬੇਵਸੀ ਜ਼ਾਹਰ ਕਰ ਦਿੱਤੀ ਹੈ ਕਿ ਅਸੀਂ ਜਿਹੜੀਆਂ ਨੇ ਪੰਜਾਬ ਤੇ ਜਿਹੜੇ ਹੋਰਨਾਂ ਸੂਬਿਆਂ ਦੇ ਵਿੱਚ, ਭਾਵੇਂ ਅਸੀਂ ਯੂਪੀ ਦੀ ਗੱਲ ਕਰ ਲਈਏ ਜਾਂ ਹੋਰ ਸੂਬਿਆਂ ਦੇ ਵਿੱਚ ਜਿੱਥੇ ਚੋਣਾਂ ਹੋਣੀਆਂ ਨੇ, ਅਸੀਂ ਉੱਥੇ ਚੋਣਾਂ ਕਰਵਾਉਣ ਦੇ ਲਈ ਮਤਲਬ ਤਿਆਰ ਨਹੀਂ ਹੈਗੇ। ਉਹਨਾਂ ਨੇ ਬੜਾ ਬੇਤੁਕਾ ਜਿਹਾ ਤਰਕ ਦਿੱਤਾ ਕਿ ਸਾਡੇ ਕੋਲ ਮਸ਼ੀਨਾਂ ਅਜੇ ਨਹੀਂ ਪਹੁੰਚੀਆਂ, ਇਸ ਕਰਕੇ ਜਿਹੜਾ ਇਹ ਸੰਭਵ ਨਹੀਂ ਹੈਗਾ ਕਿ ਨਿਯਤ ਟਾਈਮ ਦੇ ਉੱਪਰ ਹੈ ਜਿਹੜੀਆਂ ਚੋਣਾਂ ਕਰਵਾਈਆਂ ਜਾਣ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸੂਬਿਆਂ ਦੀ ਹਾਈ ਕੋਰਟ ਹੈ ਉਹਨਾਂ ਦੇ ਬਾਰੇ ਵੀ ਜਿਹੜਾ ਆਪਣਾ ਪੱਖ ਰੱਖਿਆ।
ਤਾਂ ਹੁਣ ਇਹਦੇ ਵਿੱਚੋਂ ਜਿਹੜੀਆਂ ਮਤਲਬ ਗੱਲਾਂ ਬਾਹਰ ਨਿਕਲ ਕੇ ਆ ਰਹੀਆਂ ਨੇ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਆਪਣਾ ਫਿਰ ਉਹੀ ਇੱਕ ਕਿਰਦਾਰ ਦਿਖਾ ਦਿੱਤਾ, ਉਹਨੇ ਆਪਣਾ ਰੂਪ ਦਿਖਾ ਦਿੱਤਾ ਜੋ ਅਸੀਂ 1991 ਦੀਆਂ ਚੋਣਾਂ ਦੇ ਵਿੱਚ ਦੇਖਿਆ ਸੀ। ਬਹੁਤਾ ਪਿੱਛੇ ਨਾ ਜਾਈਏ, ਅਸੀਂ 1991 ਦੀਆਂ ਚੋਣਾਂ ਦੀ ਗੱਲ ਕਰਦੇ ਹਾਂ। 1991 ਦੀਆਂ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ 1985 ਦੀਆਂ ਚੋਣਾਂ ਤੋਂ ਬਾਅਦ ਹੋਣੀਆਂ ਸਨ, ਕਿਉਂਕਿ 85 ਦੀਆਂ ਜਿਹੜੀਆਂ ਚੋਣਾਂ ਹੋਈਆਂ ਬਰਨਾਲਾ ਸਰਕਾਰ ਬਣੀ, ਪਰ ਥੋੜ੍ਹੇ ਸਮੇਂ ਬਾਅਦ ਸਰਕਾਰ ਦੇ ਮਤਲਬ ਤੋੜ ਕੇ ਉੱਥੇ ਗਵਰਨਰੀ ਰਾਜ ਪੰਜਾਬ ਦੇ ਵਿੱਚ ਲਗਾ ਦਿੱਤਾ ਗਿਆ ਸੀ। 91 ਦੇ ਵਿੱਚ ਹੁਣ ਚੋਣਾਂ ਹੋਣੀਆਂ ਸਨ, ਬੁਝੇ ਮਨ ਦੇ ਨਾਲ ਕੇਂਦਰ ਸਰਕਾਰ ਨੇ ਸ਼ੁਰੂ ਕੀਤੀਆਂ ਕਿ ਚਲੋ ਚੋਣਾਂ ਕਰਵਾ ਦਿੰਦੇ ਆ। ਉਹਨਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਜਿਹੜਾ ਚੋਣਾਂ ਦਾ ਬਾਈਕਾਟ ਕਰਨ ਦੀ ਪਿਰਤ ਪਾ ਦਿੱਤੀ ਅਤੇ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਹੈ। ਸਰਕਾਰ ਨੇ ਸਰਕਾਰੀ ਸਥਿਤੀ ਸੀ ਜਿਹੜੀ ਉਹ ਬੜੀ ਖਤਰਨਾਕ ਢੰਗ ਦੇ ਨਾਲ ਪੇਸ਼ ਕੀਤੀ ਕਿ ਪੰਜਾਬ ਦੇ ਵਿੱਚ ਜੀ ਅੱਤਵਾਦ ਜਿਹੜਾ ਸਿਖਰਾਂ ਦੇ ਉੱਪਰ ਹੈਗਾ ਵੈ, ਇਹਦੇ ਵਿੱਚ ਜਿਹੜੇ ਆ ਮਤਲਬ ਖਾੜਕੂ ਗਰੁੱਪ ਦੇ ਨਾਲ ਜੁੜੇ ਬੰਦੇ ਆ ਜਿਹੜੇ ਚੋਣਾਂ ਲੜਦੇ ਪਏ ਨੇ। ਤਾਂ ਇਹਨਾਂ ਗੱਲਾਂ ਨੂੰ ਆਧਾਰ ਬਣਾ ਕੇ ਜਾਂ ਹੋਰ ਸਰਕਾਰੀ ਕਹਾਣੀਆਂ ਨੂੰ ਆਧਾਰ ਬਣਾ ਕੇ ਜਿਹੜੀਆਂ ਸੀ 1991 ਦੀਆਂ ਚੋਣਾਂ, ਜਿਨ੍ਹਾਂ ਦੇ ਵਿੱਚ ਕਿ ਕਾਂਗਰਸ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ ਸਭ ਤੋਂ ਪਹਿਲਾਂ, ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ। 1992 ਦੀਆਂ ਜਦੋਂ ਚੋਣਾਂ ਆਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ, ਅਕਾਲੀ ਦਲਾਂ ਨੇ ਜਿਹੜਾ ਚੋਣਾਂ ਦਾ ਬਾਈਕਾਟ ਕੀਤਾ ਸੀ। ਭਾਵੇਂ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੀ ਲੌਂਗੋਵਾਲ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਨੇ, ਉਹਨਾਂ ਨੇ ਚੋਣਾਂ ਲੜੀਆਂ ਸੀ। ਤੇ ਉਹਨਾਂ ਦੀ ਅਸੀਂ ਇਕੱਲਿਆਂ ਦੀ ਗੱਲ ਕਰ ਲਈਏ ਤਾਂ ਡਕਾਲਾ ਹਲਕੇ ਦੇ ਵਿੱਚ ਉਹਦਾ ਕੈਪਟਨ ਅਮਰਿੰਦਰ ਸਿੰਘ ਸੀ ਜਿਹੜੇ ਮਤਲਬ ਬਿਨਾਂ ਮੁਕਾਬਲਾ ਜਿੱਤ ਗਏ ਸੀ, ਪਰ ਦੂਸਰੇ ਹਲਕੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਚਲੋ ਉਹਨਾਂ ਅਸੀਂ 1992 ਦੀਆਂ ਚੋਣਾਂ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਸਥਿਤੀ ਉਹੋ ਜਿਹੀ ਸੀ ਕਿ ਜਿਹੜੀ ਸਥਿਤੀ 91 ਤੇ 92 ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ ਪਿਆ, ਪਰ ਸਰਕਾਰੀ ਸਥਿਤੀ ਜਿਹੜੀ ਬਦਲ ਗਈ ਸੀ। ਸਰਕਾਰੀ ਸਥਿਤੀ ਬਦਲਣ ਦਾ ਜਿਹੜਾ ਕਾਰਨ ਕੀ ਸੀ, ਉਹ ਕਾਰਨ ਇਹ ਸੀ ਕਿ 1900 ਜਿਹੜੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ, ਜਦੋਂ ਪੰਜਾਬ ਦੇ ਵਿੱਚ ਚੋਣਾਂ ਰੱਦ ਹੋ ਗਈਆਂ, ਲੋਕ ਸਭਾ ਜਿਹੜੀਆਂ ਚੋਣਾਂ ਹੋ ਚੁੱਕੀਆਂ ਸੀ, ਤਾਂ ਉਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਿਹੜੀ ਸੀ ਮਤਲਬ ਇੰਨੀ ਕੁ ਮੈਜੋਰਟੀ ਮਿਲ ਗਈ ਸੀ ਕਿ ਸਰਕਾਰ ਉਹਨਾਂ ਦੀ ਆ ਜਾਣੀ ਸੀ। ਤਾਂ ਕਾਂਗਰਸ ਨੇ ਮਤਲਬ ਉੱਥੇ ਜਿਹੜੇ ਚੋਣ ਕਮਿਸ਼ਨ ਸੀ, ਮੁੱਖ ਚੋਣ ਕਮਿਸ਼ਨਰ ਸੀ ਉਦੋਂ TN ਸੈਸ਼ਨ, ਜਿਹਨੂੰ ਕਿ ਬਹੁਤ ਸਖਤ ਮਤਲਬ ਚੋਣ ਕਮਿਸ਼ਨਰ ਜਿਹੜਾ ਮੰਨਿਆ ਜਾਂਦਾ ਰਿਹਾ ਵੈ, ਪਰ ਉਹਨੇ ਜਦੋਂ ਪੰਜਾਬ ਦੇ ਨਾਲ ਜਾਂ ਆਪਣੇ ਫਰਜ਼ ਦੇ ਨਾਲ ਗਦਾਰੀ ਕੀਤੀ, ਉਹਨੇ ਆਪਣਾ ਫਰਜ਼ ਨਹੀਂ ਨਿਭਾਇਆ। ਉਹ ਗੱਲਾਂ ਪਹਿਲਾਂ ਕਰਦਾ ਰਿਹਾ TN ਸੈਸ਼ਨ ਕਿ ਭਾਈ ਅਸੀਂ ਜਿਹੜੀਆਂ ਚੋਣਾਂ ਨਿਯਤ ਸਮੇਂ ਤੇ ਕਰਵਾਵਾਂਗੇ, ਪਰ ਐਨ ਸਮੇਂ ਦੇ ਉੱਪਰ ਜਦੋਂ ਕਾਂਗਰਸ ਸੱਤਾ ਦੇ ਵਿੱਚ ਆ ਗਈ ਤਾਂ ਉਹਨੇ ਜਿਹੜਾ ਚੋਣਾਂ ਪੰਜਾਬ ਦੇ ਵਿੱਚ ਕੈਂਸਲ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧਰੋਹ ਕਮਾਇਆ। ਉਹੀ ਸਥਿਤੀ ਕਿਤੇ ਨਾ ਕਿਤੇ ਜਿਹੜੀ ਸਰਕਾਰੀ ਸਥਿਤੀ ਹੈ ਹੁਣ ਬਣਦੀ ਜਾ ਰਹੀ ਹੈ, ਕਿਉਂਕਿ ਹੁਣ ਜਿਹੜਾ ਚੋਣ ਕਮਿਸ਼ਨ ਹੈ ਉਹਨਾਂ ਦਾ ਇਹ ਗੱਲ ਕਰ ਦੇਣਾ, ਜੇ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਹਜੇ 5 ਮਹੀਨਿਆਂ ਦਾ ਸਮਾਂ ਪਿਆ ਵਾ, 5-6 ਮਹੀਨਿਆਂ ਦਾ ਸਮਾਂ ਪਿਆ ਵਾ। ਤਾਂ ਇਸ ਮਸ਼ੀਨਾਂ ਦੀ ਜੇ ਆਪਾਂ ਗੱਲ ਕਰੀਏ, ਮਸ਼ੀਨਾਂ ਇੱਥੋਂ ਲੋਕਲ ਹੀ ਮੰਗਵਾਉਣੀਆਂ ਨੇ, ਭਾਰਤ ਦੇ ਵਿੱਚੋਂ ਹੀ ਮੰਗਵਾਉਣੀਆਂ ਨੇ, ਕਿਤੇ ਵਿਦੇਸ਼ 'ਚੋਂ ਤਾਂ ਮੰਗਾਉਣੀਆਂ ਨਹੀਂ ਹੈ। ਜੇ ਅਫਗਾਨਿਸਤਾਨ ਤੋਂ ਨਾਗਰਿਕ ਕੱਢੇ ਜਾ ਸਕਦੇ ਆ ਥੋੜ੍ਹੇ ਸਮੇਂ ਦੇ ਵਿੱਚ, ਤਾਂ ਮਸ਼ੀਨਾਂ ਵੀ ਕੱਢੀਆਂ ਜਾ ਸਕਦੀਆਂ ਨੇ। ਪਰ ਹੁਣ ਜੇ ਇੱਥੇ ਦੂਸਰਾ ਪੱਖ ਲੈ ਲਓ ਕਿ ਜੇ ਮਸ਼ੀਨਾਂ ਦੇ ਵਿੱਚ ਤੁਹਾਡੀ ਬੇਵਸੀ ਹੈ ਤਾਂ ਤੁਸੀਂ ਬੈਲਟ ਪੇਪਰ ਵੀ ਛਾਪ ਸਕਦੇ ਹੋ, ਕਿਉਂਕਿ ਜੇ ਨੋਟਬੰਦੀ ਜਦੋਂ ਹੁੰਦੀ ਹੈ, ਜੇ ਨੋਟਬੰਦੀ ਦੇ ਵਿੱਚ ਨੋਟ ਰਾਤੋਂ ਰਾਤ ਛਪ ਸਕਦੇ ਨੇ। ਜਦੋਂ ਲੋਕਡਾਊਨ ਲੱਗਿਆ ਉਹਦੇ ਵਿੱਚ ਜਿਹੜਾ ਫ੍ਰੀ ਰਾਸ਼ਨ ਦੇਣਾ ਸੀ ਸਰਕਾਰਾਂ ਨੇ, ਉਹਨਾਂ ਦੇ ਜਿਹੜੇ ਝੋਲੇ ਸੀ, ਉਹਨਾਂ ਦੇ ਥੈਲੇ ਸੀ, ਉਹ ਸਾਰਾ ਕੁਝ ਬੰਦ ਸੀ, ਉਦੋਂ ਛਪ ਸਕਦੇ ਨੇ। ਤਾਂ ਕੀ ਚੋਣ ਦੇ ਵਾਸਤੇ ਜਿਹੜੇ ਬੈਲਟ ਪੇਪਰ ਹੈ ਉਹ ਨਹੀਂ ਹੁਣ ਛਪ ਸਕਦੇ? ਤਾਂ ਮਤਲਬ ਇਹ ਤਾਂ ਇੱਕ ਕਿਤੇ ਨਾ ਕਿਤੇ ਸਾਰੇ ਦਾ ਸਾਰਾ ਬਹਾਨਾ ਹੈ। ਇਹ ਉਹੀ ਸਾਰੀ ਸਟੋਰੀ ਜਿਹੜੀ ਕਹਾਣੀ ਹੈ 1991-92 ਵਾਲੀ ਜਿਹੜੀ ਆ ਦੁਬਾਰਾ ਮਤਲਬ ਲਿਆਂਦੀ ਜਾ ਰਹੀ ਹੈ, ਜਿਵੇਂ ਦੇ ਮਤਲਬ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਉਂਕਿ ਜਿਹੜੀ ਜੇ ਆਪਾਂ ਗੱਲ ਕਰੀਏ, ਜੇ ਐਵੇਂ ਦੇ ਹਾਲਾਤ ਆ ਜਾਂਦੇ ਨੇ, ਚੋਣਾਂ ਨਿਯਤ ਸਮੇਂ ਦੇ ਉੱਪਰ ਨਹੀਂ ਹੁੰਦੀਆਂ, ਤਾਂ ਉਸ ਵੇਲੇ ਜਿਹੜੇ ਨੇ ਪੰਜਾਬ ਦੇ ਆਪਾਂ ਪੱਖ ਤੋਂ ਗੱਲ ਕਰਦੇ ਪਏ, ਉਹ ਪੰਜਾਬ ਦੇ ਅੱਗੇ ਦੋ ਰਸਤੇ ਹੋਣਗੇ। ਜਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਚੁਣੀ ਹੋਈ ਸਰਕਾਰ ਹੈ ਇਹਦੀ ਮਿਆਦ ਵਧਾ ਦਿੱਤੀ ਜਾਵੇ, ਉਹਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਬਈ ਜਦੋਂ ਤੱਕ ਨਵੀਆਂ ਚੋਣਾਂ ਨਹੀਂ ਹੁੰਦੀਆਂ ਤੁਸੀਂ ਜਿਹੜਾ ਵਾ ਕਾਰਜ ਕਰੋਗੇ। ਜਾਂ ਇਸ ਤੋਂ ਇਲਾਵਾ ਜਿਹੜਾ ਦੂਸਰਾ ਰਸਤਾ ਬਚਦਾ ਵਾ ਉਹ ਰਾਸ਼ਟਰਪਤੀ ਰਾਜ ਦਾ ਲੱਗਦਾ ਵਾ, ਮਤਲਬ ਇਹਦੇ ਵਿੱਚ ਜਿਹੜਾ ਵਾ ਗਵਰਨਰੀ ਰਾਜ ਲੱਗ ਜਾਵੇਗਾ।
ਤਾਂ ਜਦੋਂ ਇਹੋ ਜਿਹਾ ਗਵਰਨਰੀ ਰਾਜ ਲੱਗ ਜਾਂਦਾ ਵੈ ਉਦੋਂ ਸੂਬੇ ਦਾ ਮਤਲਬ ਸਾਰੇ ਆਪਣੇ ਅਧਿਕਾਰ ਹੈ ਜਿਹੜੇ ਕਿਤੇ ਨਾ ਕਿਤੇ ਉਹ ਖਤਮ ਹੋ ਜਾਂਦੇ ਨੇ, ਤਾਂ ਪਾਵਰ ਜਿਹੜੀ ਸਿੱਧੀ ਦੀ ਸਿੱਧੀ ਆ ਜਿਹੜੀ ਕੇਂਦਰ ਸਰਕਾਰ ਦੇ ਕੋਲ ਚਲੇ ਜਾਂਦੀ ਹੈ। ਤਾਂ ਕੁੱਲ ਮਿਲਾ ਕੇ ਜਿਹੜੀ ਇਹ ਸਥਿਤੀ ਸਾਹਮਣੇ ਆ ਰਹੀ ਹੈ, ਕਿਉਂਕਿ ਇਹਨਾਂ ਗੱਲਾਂ ਦਾ ਜਿਹੜਾ ਹੁਣ ਮਤਲਬ ਖਦਸ਼ਾ ਵਾ ਉਹ ਬੁੱਧੀਜੀਵੀਆਂ ਤੋਂ ਇਲਾਵਾ ਜਿਹੜੇ ਸਿਆਸੀ ਨੇਤਾ ਨੇ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਸੁਣੀਏ ਤਾਂ ਉਹਨਾਂ ਨੇ ਵੀ ਜਿਹੜਾ ਵਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਵਾ ਕਿ ਸਰਕਾਰ ਸੂਬੇ ਦਾ ਮਾਹੌਲ ਵਿਗਾੜ ਕੇ ਜਿਹੜੀਆਂ ਚੋਣਾਂ ਜਿਹੜੀਆਂ ਨੇ ਰੱਦ ਕਰਵਾਉਣਾ ਚਾਹੁੰਦੀ ਹੈ ਜਾਂ ਅੱਗੇ ਪਾਉਣਾ ਚਾਹੁੰਦੀ ਹੈ। ਪਰ ਕੁੱਲ ਮਿਲਾ ਕੇ ਜਿਹੜਾ ਪਿੱਛੇ ਜਿਹੜਾ ਟੀਚਾ ਵਾ ਉਹ ਟੀਚਾ ਸਾਰੇ ਦਾ ਸਾਰਾ ਕਿਸਾਨ ਅੰਦੋਲਨ ਹੀ ਹੈ, ਕਿਉਂਕਿ ਕਿਸਾਨ ਅੰਦੋਲਨ ਹੈ ਜਿਹਦੀ ਕੇਂਦਰ ਸਰਕਾਰ ਨੂੰ ਇੰਨੀ ਆਸ ਨਹੀਂ ਸੀ ਹੈਗੀ ਕਿ ਇੰਨਾ ਵੱਡੇ ਪੱਧਰ ਤੇ ਫੈਲ ਜਾਵੇਗਾ। ਉਹਨੇ ਹੁਣ ਸਰਕਾਰ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਨੂੰ ਹੋਰ ਵਧਾ ਕੇ ਰੱਖ ਦਿੱਤਾ ਵੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਮਤਲਬ ਜਿਹੜੀਆਂ ਚੋਣਾਂ ਦੇ ਉੱਪਰ ਜਿਹੜੀ ਹੈ ਕਿਸ ਤਰ੍ਹਾਂ ਦੀ ਰਾਜਨੀਤੀ ਹੁੰਦੀ ਹੈ। ਚੋਣਾਂ ਦੇ ਵਿੱਚ ਤਾਂ ਰਾਜਨੀਤੀ ਹੋਣੀ ਵੱਖਰੀ ਗੱਲ ਹੈ, ਪਰ ਚੋਣਾਂ ਦੇ ਉੱਪਰ ਰਾਜਨੀਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਵੀ ਇੱਕ ਦੇਖਣ ਵਾਲਾ ਪੱਖ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਆਪਾਂ ਕਿਸਾਨੀ ਅੰਦੋਲਨ ਦੇ ਨਾਲ ਹੀ ਜੁੜੀ ਇੱਕ ਖਬਰ ਹੋਰ ਲੈ ਲੈਂਦੇ ਹਾਂ। ਖਬਰ ਹੈਗੀ ਹੈ ਕਿ ਜਿਹੜੀ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਦੂਸਰੀ ਵਾਰੀ ਚਿੱਠੀ ਲਿਖੀ ਹੈ ਕਿ ਜਿਹੜੇ ਟੋਲ ਪਲਾਜ਼ਾ ਨੇ ਜਿਹੜੇ ਪੰਜਾਬ ਦੇ ਵਿੱਚ ਤਕਰੀਬਨ ਪਿਛਲੇ ਸਾਲ ਦੇ ਕਰੀਬ ਤੋਂ ਬੰਦ ਪਏ ਨੇ, ਕਿਉਂਕਿ ਪਿਛਲੇ ਸਾਲ ਅਕਤੂਬਰ ਦੇ ਵਿੱਚ ਜਦੋਂ ਕਿਸਾਨਾਂ ਨੇ ਧਰਨਾ ਲਗਾਇਆ ਸੀ, ਸੰਘਰਸ਼ ਸ਼ੁਰੂ ਕੀਤਾ ਸੀ, ਤਾਂ ਜਿਹੜੇ ਟੋਲ ਟੈਕਸ ਸੀ ਉਸ ਦਿਨ ਹੀ ਬੰਦ ਕਰ ਦਿੱਤੇ ਸੀ। ਤੇ ਇਹ ਗੱਲ ਕਲੀਅਰ ਕਰ ਦਿੱਤੀ ਗਈ ਸੀ, ਸਾਫ਼ ਕਰ ਦਿੱਤੀ ਗਈ ਸੀ ਕਿ ਜਦੋਂ ਤੱਕ ਮਤਲਬ ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਉਹ 3 ਕਾਲੇ ਕਾਨੂੰਨ ਨੇ ਉਹ ਰੱਦ ਨਹੀਂ ਹੁੰਦੇ, ਉਦੋਂ ਤੱਕ ਜਿਹੜੇ ਆ ਟੋਲ ਟੈਕਸਾਂ ਦੇ ਉੱਪਰ ਧਰਨੇ ਸਾਡੇ ਜਾਰੀ ਰਹਿਣਗੇ। ਇਸ ਤੋਂ ਇਲਾਵਾ ਕੁਝ ਕਾਰਪੋਰੇਟ ਘਰਾਣਿਆਂ ਦੇ ਅੱਗੇ ਵੀ ਕਿਸਾਨ ਬੈਠੇ ਆਪਾਂ ਨੂੰ ਨਜ਼ਰ ਆਉਂਦੇ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਬੀਜੇਪੀ ਦੇ ਘਰਾਂ ਦਾ ਨੇਤਾਵਾਂ ਦੇ ਘਰਾਂ ਦਾ ਜਿਹੜਾ ਵਾ ਘਿਰਾਓ ਹੈ ਉਹ ਵੀ ਆਪਾਂ ਨੂੰ ਅਜੇ ਤੱਕ ਦਿਖਾਈ ਦੇ ਰਿਹਾ ਵੈ। ਪਰ ਹੁਣ ਕੇਂਦਰ ਸਰਕਾਰ ਨੇ ਜਿਹੜੀ ਪੰਜਾਬ ਸਰਕਾਰ ਨੂੰ ਦੂਜੀ ਵਾਰੀ ਚਿੱਠੀ ਲਿਖੀ ਆ, ਇਹਦੇ ਨਾਲ ਜਿਹੜੀਆਂ ਨੇ ਕੈਪਟਨ ਸਰਕਾਰ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ, ਕਿਉਂਕਿ ਕੈਪਟਨ ਸਰਕਾਰ ਪਹਿਲਾਂ ਹੀ ਆਪਣੇ ਕਾਟੋ ਕਲੇਸ਼ ਦੇ ਵਿੱਚ ਫਸੀ ਹੋਈ ਹੈ। ਪ੍ਰਧਾਨਗੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੈ ਜਿਹੜੇ ਉਹਨਾਂ ਨੇ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਜਿਹੜੀਆਂ ਰੋਜ਼ ਜਿਹੜੀਆਂ ਵਧਾਉਂਦੇ ਹੀ ਜਾ ਰਹੇ ਨੇ। ਮਤਲਬ ਕਾਂਗਰਸ ਆਪਣੇ ਜਿਹੜਾ ਵਾ ਅੰਦਰੂਨੀ ਕਲੇਸ਼ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਮਤਲਬ ਧੱਸਦੀ ਜਾ ਰਹੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਕੇਂਦਰ ਸਰਕਾਰ ਨੇ ਹੁਣ ਚਿੱਠੀ ਲਿਖ ਦਿੱਤੀ ਹੈ, ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ 2 ਰਸਤੇ ਨੇ। ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੀ ਚਿੱਠੀ ਨੂੰ ਅਣਗੌਲਿਆ ਕਰ ਦੇਵੇ, ਜਿਵੇਂ ਕਿ ਪਹਿਲੀ ਵਾਰੀ ਉਹਨਾਂ ਨੇ ਕੀਤੀ ਸੀ, ਪੈਂਡਿੰਗ ਰੱਖ ਲਵੇ। ਪਰ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜਾ ਦੂਸਰਾ ਰਿਮਾਈਂਡਰ ਕੱਢਿਆ ਗਿਆ ਵੈ, ਮਤਲਬ ਜਿਹੜੀ ਚਿੱਠੀ ਤੋਂ ਬਾਅਦ ਜਿਹੜੀ ਦੂਸਰੀ ਚਿੱਠੀ ਹੈ ਜਿਹੜਾ ਰਿਮਾਈਂਡਰ ਹੈ, ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਿਮਾਈਂਡਰ ਕੱਢਣ ਲੱਗਿਆ ਜਿਹੜੀ ਕੇਂਦਰ ਸਰਕਾਰ ਹੈ ਇੰਨਾ ਸਮਾਂ ਨਹੀਂ ਦੇਗੀ ਜਿੰਨਾ ਪਿਛਲੀ ਵਾਰੀ ਕੈਪਟਨ ਸਰਕਾਰ ਨੂੰ ਮਿਲ ਗਿਆ ਹੈ। ਤਾਂ ਅਣਗੌਲਿਆ ਕਰਨਾ ਜਿਹੜਾ ਵਾ ਕੈਪਟਨ ਵਾਸਤੇ ਉਹ ਕੇਂਦਰ ਦੇ ਨਾਲ ਕਿਤੇ ਨਾ ਕਿਤੇ ਦੁਸ਼ਮਣੀ ਵਾਲੀ ਗੱਲ ਹੋਵੇਗੀ, ਜਿਹੜੀ ਕਿ ਕਿਤੇ ਨਾ ਕਿਤੇ ਸਰਕਾਰ ਪਾਣ ਤੋਂ ਗਰੇਜ਼ ਕਰੇਗੀ। ਜੇ ਦੂਸਰਾ ਪੱਖ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਜੇ ਕਿਸਾਨਾਂ ਨੂੰ ਅਪੀਲ ਕਰਦੇ ਨੇ ਤਾਂ ਇਹ ਗੱਲ ਤੈਅ ਹੈ ਕਿ ਉਹਨਾਂ ਦੀ ਅਪੀਲ ਹੈ ਜਿਹੜੀ ਕਿਸਾਨ ਨਹੀਂ ਮੰਨਣਗੇ, ਕਿਉਂਕਿ ਇਹ ਜਦੋਂ ਸੰਯੁਕਤ ਮੋਰਚੇ ਦਾ ਇੱਕ ਬੜਾ ਵੱਡਾ ਫੈਸਲਾ ਹੈ, ਕਿਉਂਕਿ ਇੱਕ ਟੋਲ ਟੈਕਸ ਹੀ ਐਵੇਂ ਦਾ ਮਤਲਬ ਜਰੀਆ ਨੇ ਜਿਹਦੇ ਤੋਂ ਇੰਡੀਅਨ ਜਿਹੜੀ ਸਟੇਟ ਹੈ ਉਹਦਾ ਜਿਹੜਾ ਆਮਦਨ ਹੈ, ਜਿਹੜੀ ਉਹਦੀ ਇਨਕਮ ਹੈ, ਉਹਨੂੰ ਮਤਲਬ ਢਾਲ ਲੱਗਦੀ ਪਈ ਹੈ। ਤਕਰੀਬਨ ਆਪਾਂ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਗੱਲ ਕਰੀਏ ਤਾਂ ਅੱਜ ਤੱਕ ਜਿਹੜਾ 830 ਕਰੋੜ ਰੁਪਈਏ ਦਾ ਜਿਹੜਾ ਘਾਟਾ ਪੈ ਚੁੱਕਾ ਵੈ। ਜੇ ਆਪਾਂ ਇਹਨੂੰ ਕੈਲਕੂਲੇਟ ਕਰ ਲਈਏ ਤਾਂ ਰੋਜ਼ ਦਾ 7.5 ਕਰੋੜ ਰੁਪਈਆ ਜਿਹੜਾ ਪੰਜਾਬ ਦੇ ਵਿੱਚੋਂ ਟੋਲ ਟੈਕਸਾਂ ਦਾ ਇਕੱਠਾ ਹੁੰਦਾ ਸੀ ਉਹ ਕੇਂਦਰ ਸਰਕਾਰ ਨੂੰ ਜਾਂ ਸਰਕਾਰ ਹੈ, ਸੂਬਾ ਸਰਕਾਰ ਹੈ, ਉਹਨੂੰ ਜਾਣ ਤੋਂ ਰੁਕਦਾ ਪਿਆ ਵੈ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਇੱਕ ਮੁਸ਼ਕਲ ਹੋਰ ਵੀ ਆ ਸਰਕਾਰਾਂ ਅੱਗੇ ਕਿ ਜਿਹੜੀਆਂ ਉਹ ਕੰਪਨੀਆਂ ਨੇ ਉਹਨਾਂ ਨੂੰ ਜਿਹੜਾ ਕੰਪਨਸੇਟ ਵੀ ਕਰਨਾ ਪਏਗਾ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਉਹ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਅਦਾਲਤਾਂ ਦਾ ਜੇ ਰੁਖ ਅਖਤਿਆਰ ਕਰ ਲਿੱਤਾ ਕਿ ਜਿਹੜਾ ਟੋਲ ਟੈਕਸ ਹੈ ਸਾਡੇ ਕਰਕੇ ਬੰਦ ਨਹੀਂ ਹੋਏ, ਇਹ ਸਰਕਾਰ ਕਰਕੇ ਬੰਦ ਹੋਏ ਸੀ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਜਿਹੜੇ ਆ ਮੁਆਵਜ਼ਾ ਵੀ ਦੇਣਾ ਪਵੇਗਾ ਉੱਥੇ। ਤਾਂ ਇਹ ਆਪਾਂ ਜੀ ਇਸ ਗੱਲ ਦਾ ਦੂਸਰਾ ਪੱਖ ਦੇਖਦੇ ਪਏ ਹਾਂ ਜਦੋਂ ਗੱਲ ਕਰਦੇ ਪਏ ਹਾਂ ਕਿ ਜੇ ਅਮਰਿੰਦਰ ਸਿੰਘ ਜ਼ਬਰਦਸਤੀ ਦਾ ਰਸਤਾ ਅਪਣਾਉਂਦੇ ਨੇ ਤਾਂ ਇਹਦਾ ਸਿੱਧਾ ਅਸਰ ਉਹਨਾਂ ਦੀ ਉਸ ਗੱਲ ਦੇ ਉੱਪਰ ਜਾਵੇਗਾ ਜਿਹੜੀ ਗੱਲ ਉਹਨਾਂ ਨੇ ਫੈਲਾਈ ਹੋਈ ਹੈ ਕਿ ਅਸੀਂ ਜਿਹੜੇ ਕਿਸਾਨਾਂ ਦੇ ਹਿਤੈਸ਼ੀ ਹਾਂ, ਅਸੀਂ ਕਿਸਾਨਾਂ ਦੇ ਨਾਲ ਹਾਂ। ਤਾਂ ਅਜਿਹੇ ਹਾਲਾਤਾਂ ਵਿੱਚ ਜਿਹੜਾ ਵਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਜ਼ਬਰਦਸਤੀ ਕਰਨੀ ਵੀ ਕਿਤੇ ਨਾ ਕਿਤੇ ਮਹਿੰਗੀ ਪੈ ਸਕਦੀ ਹੈ, ਕਿਉਂਕਿ ਉਹਨਾਂ
ਜਿਹੜੀ ਸਰਕਾਰ ਹੈ ਪਹਿਲਾਂ ਹੀ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਘਿਰੀ ਹੋਈ ਹੈ। ਸਰਕਾਰ ਦਾ ਪਿੰਡਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾਣਾ ਮੁਸ਼ਕਲ ਹੋਇਆ ਵੈ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਜੇ ਅਮਰਿੰਦਰ ਸਿੰਘ ਕੋਈ ਸਖਤੀ ਦੀ ਗੱਲ ਕਰਦਾ ਵੈ ਤਾਂ ਇਹਦਾ ਵੀ ਜਿਹੜਾ ਮਤਲਬ ਦੁਰਪ੍ਰਭਾਵ ਹੈ ਉਹ ਕੈਪਟਨ ਸਰਕਾਰ ਦੇ ਉੱਪਰ ਪਵੇਗਾ, ਕਿਉਂਕਿ ਕੇਂਦਰ ਸਰਕਾਰ ਦੇ ਕੋਲ ਹੁਣ ਗਵਾਉਣ ਵਾਸਤੇ ਪੰਜਾਬ ਦੇ ਵਿੱਚ ਕੱਖ ਨਹੀਂ ਹੈ। ਉਹਨਾਂ ਦਾ ਜੋ ਮਤਲਬ ਅਸਰ ਹੋਣਾ ਸੀ ਉਹ ਹੋ ਚੁੱਕਾ ਵੈ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ, ਪਰ ਸਿੱਧਾ ਅਸਰ ਹੈ ਜਿਹੜਾ ਉਹ ਕਾਂਗਰਸ ਸਰਕਾਰ ਦੇ ਉੱਪਰ ਜਾ ਰਿਹਾ ਵੈ। ਹੁਣ ਇਹਦੇ ਵਿੱਚ ਜਿਹੜੀ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਜਦੋਂ ਆਪਾਂ ਦੇਖਦੇ ਪਏ ਹਾਂ ਕਿ 850 ਕਰੋੜ ਰੁਪਏ ਦਾ ਜਿਹੜਾ ਸਰਕਾਰ ਦੀ ਇਨਕਮ ਰੁਕੀ ਹੈ। ਹੁਣ ਇਹ ਦੇਖਿਆ ਜਾਵੇ ਤਾਂ 850 ਕਰੋੜ ਰੁਪਈਆ ਜਾਣਾ ਕਿੰਨਾਂ ਦੀਆਂ ਜੇਬਾਂ ਦੇ ਵਿੱਚੋਂ ਸੀ? ਉਹ ਸਾਡੀਆਂ ਜੇਬਾਂ ਦੇ ਵਿੱਚੋਂ ਜਾਣਾ ਸੀ, ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਜਾਣਾ ਸੀ। ਕਿਉਂਕਿ ਜਿਹੜੇ ਸਰਕਾਰ ਦੇ ਹਾਕਮ ਨੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਵੱਡੀਆਂ ਪੋਸਟਾਂ ਦੇ ਉੱਪਰ ਇਹ ਲੋਕ ਬੈਠੇ ਨੇ, ਉਹਨਾਂ ਨੂੰ ਤਾਂ ਟੋਲ ਟੈਕਸ ਦੇਣਾ ਹੀ ਨਹੀਂ ਪੈਂਦਾ। ਟੋਲ ਟੈਕਸ ਤੇ ਜਿਹੜਾ ਆਮ ਲੋਕਾਂ ਨੂੰ ਦੇਣਾ ਪੈ ਰਿਹਾ ਵੈ। ਤਾਂ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਸੰਘਰਸ਼ ਦੇ ਕਰਕੇ ਜਿਹੜਾ ਆਮ ਲੋਕਾਂ ਦੀਆਂ ਜੇਬਾਂ ਦੇ ਉੱਪਰ ਡਾਕਾ ਪੈ ਰਿਹਾ ਸੀ, ਉਹ ਮਤਲਬ ਹੈ ਕਿਤੇ ਨਾ ਕਿਤੇ ਹੁਣ ਬੰਦ ਹੋਇਆ ਵੈ। ਇਹ ਗੱਲ ਦੇਖਣੀ ਪਏਗੀ ਉਹਨਾਂ ਲੋਕਾਂ ਨੂੰ ਵੀ ਜਿਹੜੇ ਅਜੇ ਵੀ ਕਿਸਾਨ ਅੰਦੋਲਨ ਦੇ ਵਿਰੋਧੀ ਗੱਲਾਂ ਕਰਦੇ ਪਏ ਨੇ। ਬਹੁਤ ਸਾਰੇ ਐਵੇਂ ਦੇ ਵਰਗ ਹੈਗੇ ਨੇ ਜਿਹੜੇ ਕਿਸਾਨੀ ਅੰਦੋਲਨ ਨੂੰ ਮਜ਼ਾਕ ਜਾਂ ਮਤਲਬ ਉਹਨਾਂ ਨੂੰ ਨਜਾਇਜ਼ ਦੱਸਦੇ ਪਏ ਨੇ। ਇਹ ਗੱਲ ਉਹਨਾਂ ਨੂੰ ਸੋਚਣੀ ਪਏਗੀ ਕਿ ਇਹ ਕਿਸਾਨਾਂ ਦੀ ਬਦੌਲਤ ਹੀ ਹੈ ਜਾਂ ਕਿਸਾਨਾਂ ਦੇ ਜਿਹੜੇ ਜਾਗਣ ਦੀ ਬਦੌਲਤ ਹੀ ਹੈ ਕਿ ਜਿਹੜਾ ਤੁਹਾਡਾ ਟੋਲ ਟੈਕਸ ਅਜੇ ਤੱਕ ਬਚਿਆ ਹੋਇਆ ਵੈ। ਤਾਂ ਹਜੇ ਵੀ ਜੇ ਆਪਾਂ ਦੇਖੀਏ ਕਿ ਇਹ ਗੱਲ ਕਲੀਅਰ ਹੈ ਕਿ ਮਸਲਾ ਸਿਰਫ ਕਿਸਾਨਾਂ ਦਾ ਨਹੀਂ ਹੈ, ਮਸਲਾ ਜਿਹੜਾ ਸਮੂਹ ਲੋਕਾਂ ਦਾ ਵੈ। ਇਹ ਗੱਲ ਵੱਖਰੀ ਹੈ ਕਿ ਸਾਰਾ ਜਿਹੜੇ ਵਰਗ ਨੇ ਇਸ ਗੱਲ ਨੂੰ ਸਮਝਦੇ ਨਹੀਂ ਪਏ। ਤਾਂ ਕੁੱਲ ਮਿਲਾ ਕੇ ਆਪਾਂ ਇਹਨੂੰ ਜੇ ਕਨਕਲੂਡ ਕਰੀਏ ਇਸ ਗੱਲ ਨੂੰ, ਤਾਂ ਇਸ ਜਿਹੜੀ ਇਹ ਚਿੱਠੀ ਹੈ ਉਹਨੇ ਕੈਪਟਨ ਸਰਕਾਰ ਦੀਆਂ ਜਿਹੜੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਹੁਣ ਫੈਸਲਾ ਕੈਪਟਨ ਸਰਕਾਰ ਨੂੰ ਲੈਣਾ ਔਖਾ ਵੈ, ਪਰ ਫੈਸਲਾ ਲੈਣਾ ਪੈਣਾ ਵੈ, ਨਹੀਂ ਤਾਂ ਇਹਦਾ ਜਿਹੜਾ ਵੈ ਅਸਰ ਹੈ ਉਹ ਦੂਰ ਤੱਕ ਜਾਂਦਾ ਆਪਾਂ ਨੂੰ ਦਿਖਾਈ ਦੇਵੇਗਾ।